ਮਾਣਯੋਗ ਅਦਾਲਤ ਵੱਲੋਂ ਸੈਂਟਰਲ ਐਕਸਾਈਜ਼ ਐਂਡ ਕਸਟਮ ਦੇ ਸੁਪਰਿੰਟੈਂਡੈਂਟ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਔਰ ਇਲਜ਼ਾਮ ਉਸ ਤੇ ਸੀ ਕਿ ਉਸਨੇ ਫਾਸਟਵੇ ਤੋਂ 3 ਕਰੋੜ ਦੀ ਰਿਸ਼ਵਤ ਮੰਗੀ ਸੀ। ਉਸ ਤੇ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਜਿਸ 'ਚ ਉਸਨੇ ਆਪ ਆਪਣੇ ਬਾਰੇ ਵੱਡੇ ਖੁਲਾਸੇ ਕੀਤੇ ਨੇ। बॉम्बे एयरपोर्ट से कोर्ट पे लगना है, 10 करोड़ पे जाने तो मैं पेड़ भी होता अपने मैनेजर पंजाब से लुधियाना 50 लाख करोड़ का लगेगा। ਫਾਸਟਵੇ ਕੰਪਨੀ ਤੋਂ 3 ਕਰੋੜ ਦੀ ਡਿਮਾਂਡ ਕੀਤੀ ਗਈ ਸੀ ਜਿਸ ਦੇ ਨਾਂ ਦੇਣ ਤੇ ਧਮਕੀ ਦਿੱਤੀ ਗਈ ਕਿ ਫੇਕ ਲਾਇਬਿਲਿਟੀ ਕ੍ਰੀਏਟ ਕਰਤੀ ਜਾਏਗੀ 30 ਕਰੋੜ ਦੀ। ਉਸ ਤੋਂ ਬਾਅਦ ਇਹ ਡਿਮਾਂਡ ਡਾਇਲਿਊਟ ਕਰਕੇ 2 ਕਰੋੜ ਕਰਤੀ। 2 ਕਰੋੜ ਕਰਨ ਤੋਂ ਬਾਅਦ ਇੰਸਟਾਲਮੈਂਟਸ ਤੇ ਵੀ ਮੰਨ ਗਏ। ਫਾਸਟਵੇ ਦੇ ਜਿਹੜੇ ਓਨਰ ਨੇ ਮਿਸਟਰ ਗੁਰਦੀਪ ਸਿੰਘ, ਉਹਨਾਂ ਦੇ ਡਿਨਾਈ ਕਰਨ ਤੇ ਇਹ ਨਹੀਂ ਮੰਨੇ ਤੇ ਲਗਾਤਾਰ ਥ੍ਰੈਟ ਕਰਦੇ ਰਹੇ ਕਿ ਅਸੀਂ ਫੇਕ ਲਾਇਬਿਲਿਟੀ ਕ੍ਰੀਏਟ ਕਰਾਂਗੇ ਤੁਹਾਡੇ ਖਿਲਾਫ। ਇੱਕ ਮਿਸਟਰ ਗੁਰਦੀਪ ਸਿੰਘ ਨੂੰ ਇਹ ਵੀ ਕਹਿੰਦੇ ਦਿਖਾਈ ਦਿੱਤੇ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਹੋਰ ਵੀ ਕੋਈ ਹੈਗਾ ਜਿਹੜਾ ਕਰੋੜਾਂ ਦੀ ਰਿਸ਼ਵਤ ਦਿੰਦਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਭ ਤੋਂ ਹੇਠਾਂ ਹੋ, ਯਾਨੀ ਕਿ ਸਭ ਤੋਂ ਘੱਟ ਰਿਸ਼ਵਤ ਤੁਹਾਡੇ ਤੋਂ ਲਈ ਜਾ ਰਹੀ ਹੈ। ਹੋਰ ਵੀ ਲੋਕ ਇਨ ਕਰੋੜ ਚੀਜ਼ਾਂ ਦੇ ਦਿੰਦੇ ਨੇ ਤੁਸੀਂ ਸਭ ਤੋਂ ਛੋਟੇ ਕੰਮ। ਕੰਪਲੇਨੈਂਟ ਵੱਲੋਂ ਕੰਪਲੇਂਟ ਕੀਤੀ ਗਈ ਵਿਜੀਲੈਂਸ ਡਿਪਾਰਟਮੈਂਟ ਨੂੰ, ਜਿਹਦੇ ਨਾਲ ਉਸ ਤੋਂ ਬਾਅਦ ਵਿਜੀਲੈਂਸ ਡਿਪਾਰਟਮੈਂਟ ਨੇ ਟਰੈਪ ਲਗਾਇਆ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਡਿਮਾਂਡ ਐਕਸੈਪਟੈਂਸ ਤੇ ਇੱਕ ਪ੍ਰਾਈਵੇਟ ਹੋਟਲ 'ਚ ਜਾ ਕੇ ਪੈਸੇ ਫੜੇ ਤੇ ਬਾਹਰ ਆ ਕੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਵੈਰੀਫਾਈ ਕੀਤਾ ਗਿਆ ਕਿ ਇੱਕ ਜਿਹੜੀ ਡਿਮਾਂਡ ਹੈ ਔਰ ਐਕਸੈਪਟੈਂਸ ਹੈ ਜੈਨੂਇਨ ਸੀ। ਕਿ ਆਡਿਟ ਦੇਖਦੇ ਸੀ ਫਾਸਟਵੇ ਦਾ? ਹਾਂਜੀ, ਐਲੀਗੇਸ਼ਨਸ ਇਹੀ ਹੈ ਕਿ ਫਾਸਟਵੇ ਦੀ ਕਈ ਕੰਪਨੀਆਂ ਦਾ ਆਡਿਟ ਜਿਹੜਾ ਉਹ ਇਹ ਹੈਂਡਲ ਕਰ ਰਹੇ ਸੀ ਔਰ ਇੱਕਦਮ ਬਲੈਕਮੇਲਿੰਗ ਤੇ ਆ ਗਏ। ਔਰ ਫਾਸਟਵੇ ਨੂੰ ਨੀਵਾਂ ਪਾਉਣ ਦੇ ਲਈ ਅਮਰਜੀਤ ਧਾਲੀਵਾਲ ਨੇ ਬੈਂਸ ਭਰਾਵਾਂ ਨੂੰ ਜਿਹੜਾ ਵਰਤਿਆ ਹੈ ਔਰ ਵੱਡੀ ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਨੂੰ ਵਰਤਿਆ। ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਤੋਂ ਕਰਵਾਈ ਗਈ ਸੀ ਉਦੋਂ ਜਿਸ ਦਿਨ ਪੇਸ਼ੀ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ। ਔਰ ਉਸ ਸਟਿੰਗ ਦੇ ਵਿੱਚੋਂ ਕਹਿੰਦੇ ਸੁਣਾਈ ਵੀ ਦਿੱਤੇ ਨੇ ਕਿ ਮੈਂ ਦਫ਼ਤਰ 'ਚ ਇੱਦਾਂ ਦੀਆਂ ਮੀਟਿੰਗਸ ਨਹੀਂ ਕਰਦਾ, ਮੈਂ ਹਮੇਸ਼ਾ ਬਾਹਰ ਮਿਲਦਾ ਜਦੋਂ ਪੈਸੇ ਪੂਸੇ ਲੈਣ ਦੇਣ ਦਾ ਕੰਮ। ਫਿਰ ਕਿੰਨੇ ਆਉਂਦੇ ਸਵੇਰੇ ਮੈਂ 10 ਵਜੇ ਬੈਠ ਗਿਆ, 11:30 ਤੁਹਾਡੇ ਕੋਲ ਵਿੱਚ ਬਾਕੀ ਜਰਾ ਫੋਨ ਕਰ ਲਈ ਜਿੱਥੇ ਉਹ ਉੱਥੇ ਆ ਜਾਵੇ। ਹੋਰ ਪਹਿਲੇ 4 ਪੇਜ ਚੇਂਜ ਕਰਕੇ ਫਿਰ ਦਫ਼ਤਰ ਬਣਨਾ। ਠੀਕ ਹੈ ਠੀਕ। ਪੂਰੇ ਤੇ ਸੁਪਰੀਮ ਕੋਰਟ ਜਜਮੈਂਟਸ ਵੀ ਹੈ ਕਿ ਜਦੋਂ ਕੋਈ ਗਵਰਨਮੈਂਟ ਅਫੀਸ਼ੀਅਲ ਨੇ ਜੇ ਕਿਸੇ ਨੇ ਅਫੀਸ਼ੀਅਲ ਗੱਲ ਕਰਨੀ ਹੈ ਕਿਸੇ ਨਾਲ ਤੇ ਉਹਨੂੰ ਆਪਣੇ ਆਫਿਸ ਬੁਲਾਉਣਾ ਚਾਹੀਦਾ ਸੀ। ਜੇ ਉਹ ਪ੍ਰਾਈਵੇਟ ਹੋਟਲ 'ਚ ਜਾ ਕੇ ਮੀਟਿੰਗ ਫਿਕਸ ਕਰ ਰਹੇ ਆ ਤਾਂ ਕੋਰਟ ਪ੍ਰਜ਼ਿਊਮ ਕਰਕੇ ਚੱਲਦੀ ਹੈ ਕਰਪਸ਼ਨ ਐਕਟ ਦੇ ਵਿੱਚ ਕਿ ਇਹ ਮੀਟਿੰਗ ਜਿਹੜੀ ਹੈ ਇਹ ਇਲੀਗਲ ਗ੍ਰੈਟੀਫਿਕੇਸ਼ਨ ਲੈਣ ਵਾਸਤੇ ਹੀ ਫਿਕਸ ਕੀਤੀ ਗਈ, ਅਦਰਵਾਈਜ਼ ਪ੍ਰਾਈਵੇਟ ਹੋਟਲ 'ਚ ਜਾਣ ਦਾ ਕੋਈ ਰੀਜ਼ਨ ਨਹੀਂ ਸੀ ਉਹਨਾਂ ਨੂੰ। ਆਖਿਰਕਾਰ ਫਾਸਟਵੇ ਤੇ ਲੱਗੇ ਸਾਰੇ ਦਾਗ ਮਿਟ ਗਏ ਨੇ 8 ਸਾਲਾਂ ਤੱਕ। ਨਹੀਂ, ਬਿਲਕੁਲ ਜੇ ਜਜਮੈਂਟਸ ਤਾਂ ਜੋ ਰੇਸ਼ੋ ਕੋਰਟ ਨੇ ਸੈੱਟ ਕੀਤੀ ਹੈ ਉਹੀ ਹੈ ਕਿ ਫਾਸਟਵੇ ਦਾ ਜਿਹੜਾ ਕੇਸ ਸੀ ਇਹ ਬੜਾ ਜੈਨੂਇਨ ਸੀ। ਅਕਿਊਜ਼ ਕੋਲ ਕਾਰਨ ਸੀ ਬ੍ਰਾਈਬ ਮੰਗਣ ਦਾ। ਅਕਿਊਜ਼ ਨੇ ਡਿਮਾਂਡ ਕੀਤੀ, ਵਲੰਟੈਰੀਲੀ ਐਕਸੈਪਟ ਕੀਤੀ ਪ੍ਰਾਈਵੇਟ ਹੋਟਲ 'ਚ ਜਾ ਕੇ ਤੇ ਉਸ ਤੋਂ ਰਿਕਵਰੀ ਵੀ ਹੋਈ। ਰਿਕਵਰੀ ਵੀ ਜਿਹੜੀ ਹੈ ਉਹ ਪੀਸੀਐਸ ਅਫੀਸ਼ੀਅਲਸ ਨੇ ਵਿਟਨੈਸ ਕੀਤੀ ਹੈ, ਤਾਂ ਹੀ ਅਦਾਲਤ ਨੇ ਇੰਨੀ ਸੀਵੀਅਰ ਪਨਿਸ਼ਮੈਂਟ ਕੀਤੀ ਹੈ। 5 ਸਾਲ ਇਹਨਾਂ ਨੂੰ ਸੈਕਸ਼ਨ 7 'ਚ ਤੇ 5 ਸਾਲ ਇਹਨਾਂ ਨੂੰ ਸੈਕਸ਼ਨ 13 'ਚ 2 ਕਨਵਿਕਸ਼ਨਸ ਕੀਤੀਆਂ ਨੇ। ਮੈਂ ਮੀਟ ਸ਼ਰਾਬ ਆਂਡਾ ਨਹੀਂ ਖਾਂਦਾ, ਠੀਕ ਹੈ ਜੀ। ਕੋਈ ਮੈਨੂੰ ਐਬ ਨਹੀਂ ਉਸ ਮਹਿਕਮੇ 'ਚ ਰਹਿ ਕੇ ਜਿੱਥੇ ਸਭ ਕੁਝ ਈਜ਼ੀਲੀ ਅਵੇਲੇਬਲ ਹੈ, ਠੀਕ ਹੈ ਜੀ। ਸਿੰਪਲ ਮੇਰੀ ਲਿਵਿੰਗ ਹੈ। ਐਟ ਏ ਟਾਈਮ ਮੈਂ ਇੱਕ ਦਾਲ ਸਬਜ਼ੀ ਨਾਲ ਰੋਟੀ ਖਾਣਾ ਸ਼ੁਰੂ ਤੋਂ। ਮੀਡੀਆ ਅੱਗੇ ਤਾਂ ਇਹ ਸੁਪਰਿੰਟੈਂਡੈਂਟ ਆਪਣੇ ਆਪ ਨੂੰ ਇੱਕ ਆਮ ਸਧਾਰਨ ਤੇ ਦਾਲ ਫੁਲਕਾ ਖਾਣ ਵਾਲਾ ਵਿਅਕਤੀ ਦੱਸਦਾ ਸੀ, ਪਰ ਕਿਸ ਤਰ੍ਹਾਂ ਕਰੋੜਾਂ ਦੀ ਰਿਸ਼ਵਤ ਤੇ ਮੰਗਦਾ ਸੀ ਤੁਹਾਨੂੰ ਵੀਡੀਓ ਵੀ ਜ਼ਰੂਰ ਦੁਬਾਰਾ ਦਿਖਾਵਾਂਗੇ। ਹੋਰ ਵੀ ਲੋਕ ਇਨ ਕਰੋੜ ਚੀਜ਼ਾਂ ਦੇ ਦਿੰਦੇ ਨੇ ਤੁਸੀਂ ਸਭ ਤੋਂ ਛੋਟੇ ਕੰਮ। ਹੋਰ ਵੀ ਲੋਕ ਇਨ ਕਰੋੜ ਚੀਜ਼ਾਂ ਦੇ ਦਿੰਦੇ ਨੇ ਤੁਸੀਂ ਸਭ ਤੋਂ ਛੋਟੇ ਕੰਮ। ਹਾਲ ਹੀ ਦੇ ਵਿੱਚ ਮਾਣਯੋਗ ਅਦਾਲਤ ਵੱਲੋਂ ਸੈਂਟਰਲ ਐਕਸਾਈਜ਼ ਐਂਡ ਕਸਟਮ ਦੇ ਸੁਪਰਿੰਟੈਂਡੈਂਟ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਔਰ ਇਲਜ਼ਾਮ ਉਸ ਤੇ ਸੀ ਕਿ ਉਸਨੇ ਫਾਸਟਵੇ ਤੋਂ 3 ਕਰੋੜ ਦੀ ਰਿਸ਼ਵਤ ਮੰਗੀ ਸੀ। ਉਸ ਤੇ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਜਿਸ 'ਚ ਉਸਨੇ ਆਪ ਆਪਣੇ ਬਾਰੇ ਵੱਡੇ ਖੁਲਾਸੇ ਕੀਤੇ ਨੇ। ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਐਡਵੋਕੇਟ ਆਈਪੀਐਸ ਸਬਰਵਾਲ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। ਜਿਸ ਸੁਪਰਿੰਟੈਂਡੈਂਟ ਦੀ ਅਸੀਂ ਗੱਲ ਕਰ ਰਹੇ ਹਾਂ ਅਮਰਜੀਤ ਸਿੰਘ ਧਾਲੀਵਾਲ, 5 ਸਾਲ ਦੀ ਸਜ਼ਾ ਹੋਈ ਹੈ, ਜੁਰਮਾਨਾ ਵੀ ਹੋਇਆ ਹੈ, ਪੂਰੀ ਜਾਣਕਾਰੀ ਜ਼ਰੂਰ ਦਿਓ। ਦੇਖੋ, ਇਹ 2014 ਦਾ ਮੈਟਰ ਹੈ। ਮੈਂ 2017 'ਚ ਟੇਕਅਪ ਕੀਤਾ ਤੇ ਬੇਸਿਕਲੀ ਐਲੀਗੇਸ਼ਨਸ ਕੰਪਲੇਨੈਂਟ ਦੇ ਸੀ ਕਿ ਫਾਸਟਵੇ ਕੰਪਨੀ ਤੋਂ 3 ਕਰੋੜ ਦੀ ਡਿਮਾਂਡ ਕੀਤੀ ਗਈ ਸੀ ਜੀ, ਜਿਸ ਦੇ ਨਾਂ ਦੇਣ ਤੇ ਧਮਕੀ ਦਿੱਤੀ ਗਈ ਕਿ ਫੇਕ ਲਾਇਬਿਲਿਟੀ ਕ੍ਰੀਏਟ ਕਰਤੀ ਜਾਏਗੀ 30 ਕਰੋੜ ਦੀ।
ਉਸ ਤੋਂ ਬਾਅਦ ਇਹ ਡਿਮਾਂਡ ਡਾਇਲਿਊਟ ਕਰਕੇ 2 ਕਰੋੜ ਕਰਤੀ। 2 ਕਰੋੜ ਕਰਨ ਤੋਂ ਬਾਅਦ ਇੰਸਟਾਲਮੈਂਟਸ ਤੇ ਵੀ ਮੰਨ ਗਏ ਤੇ ਫਾਸਟਵੇ ਦੇ ਜਿਹੜੇ ਓਨਰ ਨੇ ਮਿਸਟਰ ਗੁਰਦੀਪ ਸਿੰਘ, ਉਹਨਾਂ ਦੇ ਡਿਨਾਈ ਕਰਨ ਤੇ ਇਹ ਨਹੀਂ ਮੰਨੇ ਤੇ ਲਗਾਤਾਰ ਥ੍ਰੈਟ ਕਰਦੇ ਰਹੇ ਵੀ ਅਸੀਂ ਫੇਕ ਲਾਇਬਿਲਿਟੀ ਕ੍ਰੀਏਟ ਕਰਾਂਗੇ ਤੁਹਾਡੇ ਖਿਲਾਫ। ਤੇ ਅੰਡਰ ਕੰਪੈਲਿੰਗ ਸਰਕਮਸਟੈਂਸਿਸ ਫਿਰ ਕੰਪਲੇਨੈਂਟ ਵੱਲੋਂ ਕੰਪਲੇਂਟ ਕੀਤੀ ਗਈ ਵਿਜੀਲੈਂਸ ਡਿਪਾਰਟਮੈਂਟ ਨੂੰ, ਜਿਹਦੇ ਨਾਲ ਉਸ ਤੋਂ ਬਾਅਦ ਵਿਜੀਲੈਂਸ ਡਿਪਾਰਟਮੈਂਟ ਨੇ ਟਰੈਪ ਲਗਾਇਆ ਇਹ ਵੈਰੀਫਾਈ ਕਰਨ ਵਾਸਤੇ ਕਿ ਕੰਪਲੇਂਟ ਜੈਨੂਇਨ ਹੈ। ਉਹ ਟਰੈਪ ਜਿਹੜਾ ਹੈ ਉਹ ਵਿਟਨੈਸ ਕੀਤਾ ਗਿਆ 2 PCS ਆਫੀਸ਼ੀਅਲਸ ਵੱਲੋਂ, ਜਿਨ੍ਹਾਂ ਨੂੰ DC ਸਾਹਿਬ ਨੇ ਉਦੋਂ ਡਿਪਿਊਟ ਕੀਤਾ ਸੀ ਸੋ ਦੈਟ ਕਿ ਟਰੈਪ 'ਚ ਕੋਈ ਡਿਫੈਕਟ ਨਾ ਰਹਿ ਜੇ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਡਿਮਾਂਡ ਐਕਸੈਪਟੈਂਸ ਤੇ ਇੱਕ ਪ੍ਰਾਈਵੇਟ ਹੋਟਲ 'ਚ ਜਾ ਕੇ ਪੈਸੇ ਫੜੇ ਤੇ ਬਾਹਰ ਆ ਕੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਵੈਰੀਫਾਈ ਕੀਤਾ ਗਿਆ ਕਿ ਇੱਕ ਜਿਹੜੀ ਡਿਮਾਂਡ ਹੈ ਔਰ ਐਕਸੈਪਟੈਂਸ ਹੈ ਜੈਨੂਇਨ ਸੀ। ਫਿਰ FIR ਰਜਿਸਟਰ ਕਰਕੇ ਇਹਦੀ ਤਫਤੀਸ਼ ਜਿਹੜੀ ਹੈ ਉਹ ਲਿਆਂਦੀ ਗਈ। ਕੀ ਆਡਿਟ ਦੇਖਦੇ ਸੀ ਫਾਸਟਵੇ ਦਾ? ਹਾਂਜੀ, ਐਲੀਗੇਸ਼ਨਸ ਇਹੀ ਹੈ ਕਿ ਫਾਸਟਵੇ ਦੀ ਕਈ ਕੰਪਨੀਆਂ ਦਾ ਆਡਿਟ ਜਿਹੜਾ ਉਹ ਇਹ ਹੈਂਡਲ ਕਰ ਰਹੇ ਸੀ ਉਦੋਂ, ਔਰ ਇੱਕਦਮ ਬਲੈਕਮੇਲਿੰਗ ਤੇ ਆ ਗਏ। ਇਹ ਕਾਫੀ ਲੰਬੇ ਚਿਰ ਤੋਂ ਇਹਨਾਂ ਦੀ ਡਿਮਾਂਡ ਚੱਲ ਰਹੀ ਸੀ। 8 ਸਾਲ ਪੁਰਾਣਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ 8 ਹਾਂਜੀ, ਸਾਲ ਇਹ ਪੁਰਾਣਾ 2014 ਦੀ FIR ਹੈ। ਕੋਰਟ ਕੇਸ ਸ਼ੁਰੂ ਹੋਇਆ ਸੀ 2016 ਚ। 2016 ਤੋਂ ਬਾਅਦ 17 ਚ ਮੈਂ ਟੇਕਅਪ ਕੀਤਾ ਫॉर ਠੀਕ ਹੈ। ਕੰਪਲੇਨੈਂਟ। ਔਰ ਜਿਸ ਦਿਨ ਮਾਣਯੋਗ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਉਸ ਦਿਨ ਕੀ ਦਲੀਲ ਪੇਸ਼ ਕੀਤੀ ਗਈ ਸੀ, ਕੀ ਅਪੀਲ ਕੀਤੀ ਗਈ ਸੀ ਕੰਪਲੇਨੈਂਟ? ਦੇਖੋ ਬੇਸਿਕਲੀ ਇਹਨਾਂ ਨੇ ਸਾਰੀ ਡਿਫੈਂਸ ਹੀ, ਕਿਉਂਕਿ ਇਹਨਾਂ ਕੋਲ ਕੋਈ ਸਪੈਸੀਫਿਕ ਡਿਫੈਂਸ ਹੈ ਨਹੀਂ ਸੀ ਨਾ, ਤੇ ਇਹਨਾਂ ਨੇ ਆਪਣੀ ਕੋਈ ਐਲੀਬਾਈ ਕਲੇਮ ਕੀਤੀ ਕਿ ਅਸੀਂ ਉੱਥੇ ਹੈ ਹੀ ਨਹੀਂ ਸੀ ਮੈਂ ਇੱਥੇ। ਇਹਨਾਂ ਨੇ ਜਿਹੜਾ ਟਰੈਪ ਦਾ ਜਿਹੜਾ ਪ੍ਰੋਸੀਜਰ ਸੀ ਉਹਦੇ 'ਚ ਕੁਝ ਡਿਫੈਕਟਸ ਕੱਢਣ ਦੀ ਕੋਸ਼ਿਸ਼ ਕੀਤੀ, ਇਨਵੈਸਟੀਗੇਸ਼ਨ 'ਚ ਕੁਝ ਡਿਫੈਕਟਸ ਕੱਢਣ ਦੀ ਕੋਸ਼ਿਸ਼ ਕੀਤੀ। ਫਿਰ ਇਹਨਾਂ ਨੇ ਇੱਕ ਕੋਈ ਇਨਸੀਡੈਂਟ ਰਿਪੋਰਟ ਬਣਵਾਈ ਜਿਹੜੀ ਡਿਫੈਂਸ 'ਚ ਲੈ ਕੇ ਆਏ ਕਿ ਸਾਨੂੰ ਪਹਿਲਾਂ ਹੀ ਐਪਰੀਹੈਂਸ਼ਨ ਸੀ ਕਿ ਸਾਨੂੰ ਫਾਲਸਲੀ ਇੰਪਲੀਕੇਟ ਕੀਤਾ ਜਾ ਸਕਦਾ ਕੇਸ 'ਚ। ਬਟ ਕੋਰਟ ਨੇ ਬੜੀ ਮਾਈਨਿਊਟਲੀ ਸਾਰਾ ਕੇਸ ਦੇਖਿਆ ਔਰ ਜੋ ਸੁਪਰੀਮ ਕੋਰਟ ਦਾ ਸੈਟਲਡ ਲਾਅ ਹੈ ਉਹ ਸਾਈਟ ਕਰਕੇ ਅੱਜ ਕੋਰਟ ਨੇ ਬੜੀ ਡਿਟੇਲਡ ਜਜਮੈਂਟ ਪਾਸ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਜਿਹੜੇ ਮਾਈਨਰ ਡਿਸਕ੍ਰਿਪੈਂਸੀਜ਼ ਨੇ ਇਨਵੈਸਟੀਗੇਸ਼ਨ 'ਚ ਜਾਂ ਟਰੈਪ 'ਚ ਜੇ ਕੋਈ ਵਿਜੀਲੈਂਸ ਦਾ ਪ੍ਰੋਸੀਜਰ 1-2 ਨਹੀਂ ਫੋਲੋ ਹੋਏ, ਉਹ ਇੰਨੇ ਕੁ ਮਾਈਨਰ ਹੈ ਵੀ ਉਹਦਾ ਬੈਨੀਫਿਟ ਅਕਿਊਜ਼ ਨੂੰ ਨਹੀਂ ਦਿੱਤਾ ਜਾ ਸਕਦਾ। ਇਹਨਾਂ 8 ਸਾਲਾਂ ਦੇ ਵਿੱਚ ਫਾਸਟਵੇ ਦਾ ਨੁਕਸਾਨ ਬਹੁਤ ਹੋਇਆ, ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਹੈ ਔਰ ਸੋਸ਼ਲੀ ਜੇਕਰ ਕਹਿ ਦਈਏ ਤਾਂ ਇਮੇਜ ਜਿਹੜੀ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਫਾਸਟਵੇ ਦੀ। ਹਾਲਾਂਕਿ ਆਖਰਕਾਰ ਜਿੱਤ ਫਾਸਟਵੇ ਦੀ ਹੋ ਚੁੱਕੀ ਹੈ, ਸੱਚ ਦੀ ਜਿੱਤ ਹੋ ਚੁੱਕੀ ਹੈ, ਪਰ ਕੀ ਕੋਈ ਡੈਮੇਜਸ ਇਸ ਤੇ ਪੈ ਸਕਦੇ ਨੇ? ਦੇਖੋ ਡੈਮੇਜਸ ਤਾਂ ਹੋ ਤਾਂ ਸਕਦਾ ਕੇਸ, ਬਟ ਉਹਨਾਂ ਦਾ ਕੀ ਫੇਟ ਹੋਏਗਾ ਮੈਂ ਉਹਨੇ ਪ੍ਰੀ ਸਪੋਜ਼ ਨਹੀਂ ਕਰ ਸਕਦਾ। ਬਟ ਓਬਵੀਅਸਲੀ ਜਦੋਂ ਕਿਸੇ ਤੇ ਏਡੇ ਵੱਡੇ ਐਲੀਗੇਸ਼ਨਸ ਹੋਣ ਕਿ ਇਹ ਟੈਕਸ ਡਿਫਾਲਟ ਕਰਦੇ ਹੈ ਤੇ ਇਹਨਾਂ ਦਾ ਕਰੋੜਾਂ ਰੁਪਏ 'ਚ ਟੈਕਸ ਜਿਹੜਾ ਉਹ ਡਿਊ ਹੈ ਜਦਕਿ ਉਹ ਹੈ ਨਹੀਂ ਸੀ, ਤੇ ਦੇਖੋ ਇਮੇਜ ਜਿਹੜੀ ਹੈ ਉਹ ਮਲਾਈਨ ਤਾਂ ਹੁੰਦੀ ਹੈ ਬੰਦੇ ਦੀ। ਔਰ ਫਾਸਟਵੇ ਨੂੰ ਨੀਵਾਂ ਪਾਉਣ ਦੇ ਲਈ ਅਮਰਜੀਤ ਧਾਲੀਵਾਲ ਨੇ ਬੈਂਸ ਭਰਾਵਾਂ ਨੂੰ ਜਿਹੜਾ ਵਰਤਿਆ ਹੈ ਔਰ ਵੱਡੀ ਗੱਲ ਇਹ ਹੈ ਨਵਜੋਤ ਸਿੰਘ ਸਿੱਧੂ ਨੂੰ ਵਰਤਿਆ। ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਤੋਂ ਕਰਵਾਈ ਗਈ ਸੀ ਉਦੋਂ ਜਿਸ ਦਿਨ ਪੇਸ਼ੀ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ। ਦੇਖੋ ਇਹ ਫੈਕਟਸ ਜਿਹੜੇ ਨੇ ਇਹ ਐਵੀਡੈਂਸ ਦੇ ਵਿੱਚ ਨਹੀਂ ਆਏ, ਇਸ ਤਰ੍ਹਾਂ ਦੇ ਕੋਈ ਫੈਕਟਸ, ਨਾ ਹੀ ਇਹ ਜਜਮੈਂਟ ਦਾ ਪਾਰਟ ਹੈ। ਸੋ ਇਹਨਾਂ ਫੈਕਟਸ ਉੱਤੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ। ਔਰ ਕੀ ਲੱਗਦਾ ਤੁਹਾਨੂੰ, ਕਿਉਂਕਿ ਅਕਸਰ ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਲਾਅ ਸਾਰਿਆਂ ਲਈ ਇਕੁਅਲ ਨਹੀਂ ਹੈਗਾ। ਅਸੀਂ ਪਟਵਾਰੀਆਂ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਤੋਂ ਬਾਅਦ ਗ੍ਰਿਫਤਾਰ ਹੁੰਦੇ ਦੇਖਿਆ, ਥਾਣੇਦਾਰਾਂ ਨੂੰ ਦੇਖਿਆ, ਛੋਟੇ-ਮੋਟੇ ਪੁਲਿਸ ਅਫਸਰਾਂ ਨੂੰ ਦੇਖਿਆ, ਪਰ ਜਦੋਂ ਇੱਕ ਸੁਪਰਿੰਟੈਂਡੈਂਟ ਨੂੰ ਇਸ ਤਰ੍ਹਾਂ ਅਮਰਜੀਤ ਸਿੰਘ ਧਾਲੀਵਾਲ ਜਦੋਂ ਸਟਿੰਗ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ, ਵਿਜੀਲੈਂਸ ਨੇ ਵੀ ਰੰਗੇ ਹੱਥੀ ਫੜਿਆ, ਹੁਣ ਮਾਣਯੋਗ ਅਦਾਲਤ ਨੇ ਵੀ 5 ਸਾਲ ਦੀ ਸਜ਼ਾ ਸੁਣਾਈ ਹੈ, ਤਾਂ ਇਹ ਜ਼ਰੂਰ ਸਪਸ਼ਟ ਹੋ ਚੁੱਕਿਆ ਕਿ ਕੋਰਟ ਜਾਂ ਲਾਅ ਜਿਹੜਾ ਉਹ ਸਾਰਿਆਂ ਲਈ ਇਕੁਅਲ ਹੈ। ਹਾਂਜੀ ਬਿਲਕੁਲ, ਆਰਟੀਕਲ 14 ਹੈ ਸਾਡੇ ਕਨਸਟੀਟਿਊਸ਼ਨ ਦਾ, ਉਹ ਇਹੀ ਕਹਿੰਦਾ ਇਕੁਐਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਕਿ ਚਾਹੇ ਉਹ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਕੋਈ ਛੋਟਾ ਅਫੀਸ਼ੀਅਲ ਹੈ, ਚਾਹੇ ਕੋਈ ਵੱਡਾ ਅਫੀਸ਼ੀਅਲ ਹੈ, ਲਾਅ ਸਭ ਵਾਸਤੇ ਇਕੁਅਲ ਹੈ। ਔਰ ਮੇਰੇ ਖਿਆਲ 'ਚ ਕੋਰਟ ਨੇ ਜਜਮੈਂਟ ਪਾਸ ਕਰਕੇ, ਬੜੀ ਡਿਟੇਲਡ ਜਜਮੈਂਟ ਹੈ ਰਨਿੰਗ ਇਨਟੂ 70 ਪੇजेस, ਤੇ ਕੋਰਟ ਨੇ ਪ੍ਰੂਵ ਕਰਤਾ ਕਿ ਇਹ ਕਰਪਸ਼ਨ ਜਾਂ ਚਾਰजेस ਜਿਹੜੇ ਨੇ ਇਹ ਛੋਟੇ ਅਫੀਸ਼ੀਅਲਸ ਨੇ, ਵੱਡੇ ਖਿਲਾਫ ਵੀ ਜੇ ਕੋਈ ਐਲੀਗੇਸ਼ਨ ਆਉਂਦੇ ਹੈ, ਐਵੀਡੈਂਸ ਆਉਂਦਾ ਹੈ, ਤੇ ਕੋਰਟ ਕਦੀ ਹੈਜ਼ੀਟੈਂਟ ਨਹੀਂ ਹੁੰਦੀ ਕਨਵਿਕਸ਼ਨ ਕਰਨ ਵਾਸਤੇ। 70 ਪੇਜ ਦੀ ਜਜਮੈਂਟ ਕੋਰਟ ਨੇ ਪਾਸ ਕੀਤੀ ਹੈ, ਜਿਹਦੇ 'ਚ ਹਰ ਆਸਪੈਕਟ ਜਿਹੜਾ ਹੈ ਉਹ ਡਿਫੈਂਸ ਦਾ ਉਹਨਾਂ ਨੇ ਲਿਆ, ਉਹਨੂੰ ਰਿਬਟ ਕੀਤਾ ਅਸੀਂ, ਤੇ ਪਲੱਸ ਅਸੀਂ ਸੁਪਰੀਮ ਕੋਰਟ ਦੀਆਂ ਕੁਝ ਪ੍ਰੈਸੀਡੈਂਟਸ ਵੀ ਅਸੀਂ ਟੈਂਡਰ ਕੀਤੇ ਸੀ ਜੋ ਮਾਣਯੋਗ ਅਦਾਲਤ ਨੇ ਫੋਲੋ ਕੀਤੇ ਹੈ। ਤੇ ਸੁਪਰੀਮ ਕੋਰਟ ਦਾ ਸੈਟਲਡ ਲਾਅ ਹੈ ਕਿ ਇੱਕ ਲਾਈਨ ਪ੍ਰੋਸੀਕਿਊਸ਼ਨ ਦੇ ਫੇਵਰ 'ਚ ਆਉਣ ਨਾਲ ਜਾਂ ਇੱਕ ਲਾਈਨ ਡਿਫੈਂਸ ਦੀ ਫੇਵਰ 'ਚ ਆਉਣ ਨਾਲ ਜਜਮੈਂਟ ਉੱਤੇ ਬੇਸ ਨਹੀਂ ਕੀਤੀ ਜਾ ਸਕਦੀ। ਕੋਰਟ ਹੈਜ਼ ਟੂ ਮਾਰਸ਼ਲ ਦੀ ਇੰਟਾਇਰ ਐਵੀਡੈਂਸ, ਸਾਰਾ ਐਵੀਡੈਂਸ ਦੇਖ ਕੇ ਜੋ ਮੈਟਰ ਉਹਨਾਂ ਦੇ ਸਾਹਮਣੇ ਹੈ, ਫਿਰ ਕੋਰਟ ਜਜਮੈਂਟ ਪਾਸ ਕਰਦੀ ਹੈ ਕਿ ਕੋਰਟ ਨੂੰ ਕੀ ਲੱਗਦਾ ਹੈ। ਇਸ ਕੇਸ ਦੇ ਵਿੱਚ ਵੀ ਇਹਨਾਂ ਨੇ ਕਾਫੀ ਡਿਫੈਕਟਸ ਕੱਢੇ ਟਰੈਪ ਪ੍ਰੋਸੀਜਰ ਦੇ ਵਿੱਚ,
ਤੇ ਇਨਵੈਸਟੀਗੇਸ਼ਨ 'ਚ ਕਾਫੀ ਡਿਫੈਕਟਸ ਕੱਢੇ ਆ। ਫਿਰ ਇਹਨਾਂ ਨੇ ਜੋ ਸੈਂਕਸ਼ਨਿੰਗ ਅਥਾਰਟੀ ਸੀ ਉਹਦੀ ਅਥਾਰਟੀ ਵੀ ਚੈਲੰਜ ਕੀਤੀ ਕਿ ਕਮਿਸ਼ਨਰ ਜਿਹੜੇ ਆ ਉਸ ਟਾਈਮ ਸੀ ਉਹਨਾਂ ਕੋਲ ਅਥਾਰਟੀ ਨਹੀਂ ਸੀ ਸੈਂਕਸ਼ਨ ਦੇਣ ਦੀ। ਬਟ ਉਸ ਤੋਂ ਬਾਅਦ ਸਾਰਾ ਐਵੀਡੈਂਸ ਦੇਖ ਕੇ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਨਸੀਡੈਂਟ ਰਿਪੋਰਟ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਇਨਸੀਡੈਂਟ ਰਿਪੋਰਟ ਬਣਾ ਕੇ ਭੇਜਤੀ ਸੀ ਕਿ ਸਾਨੂੰ ਫਾਲਸਲੀ ਇੰਪਲੀਕੇਟ ਕੀਤਾ ਜਾ ਸਕਦਾ ਹੈ। ਤਾਂ ਕੋਰਟ ਨੇ ਬੜੀ ਅੱਛੀ ਰੀਜ਼ਨਿੰਗ ਦਿੱਤੀ ਹੈ ਕਿ ਜੇ ਇੰਨੀ ਕਿਸੇ ਨੂੰ ਐਪਰੀਹੈਂਸ਼ਨ ਹੋਵੇ ਕਿਸੇ ਪਰਟੀਕੂਲਰ ਬੰਦੇ ਤੋਂ ਕਿ ਮੈਨੂੰ ਇਹ ਫਾਲਸਲੀ ਇੰਪਲੀਕੇਟ ਕਰ ਸਕਦੇ ਆ, ਤੇ ਉਹਦੇ ਕੋਲ ਕੋਈ ਰੀਜ਼ਨ ਨਹੀਂ ਹੈ ਉਸੇ ਬੰਦੇ ਨਾਲ ਉਹ ਪ੍ਰਾਈਵੇਟ ਹੋਟਲ 'ਚ ਜਾ ਕੇ ਮੀਟਿੰਗ ਫਿਕਸ ਕਰਨ ਦੀ। ਇਸ ਤੋਂ ਪਤਾ ਲੱਗਦਾ ਹੈ ਕਿ ਇਨਸੀਡੈਂਟ ਰਿਪੋਰਟ ਜਿਹੜੀ ਹੈ ਔਰ ਉਸ ਸਟਿੰਗ ਦੇ ਵਿੱਚੋਂ ਕਹਿੰਦੇ ਸੁਣਾਈ ਵੀ ਦਿੱਤੇ ਨੇ ਕਿ ਮੈਂ ਦਫ਼ਤਰ 'ਚ ਇਦਾਂ ਦੀਆਂ ਮੀਟਿੰਗਸ ਨਹੀਂ ਕਰਦਾ, ਮੈਂ ਹਮੇਸ਼ਾ ਬਾਹਰ ਮਿਲਦਾ ਜਦੋਂ ਪੈਸੇ ਪੂਸੇ ਲੈਣ ਦੇਣ ਦਾ ਕੰਮ ਹੁੰਦਾ। ਹਾਂਜੀ ਬਿਲਕੁਲ, ਇਹ ਤੇ ਸੁਪਰੀਮ ਕੋਰਟ ਜਜਮੈਂਟਸ ਵੀ ਹੈ ਕਿ ਜਦੋਂ ਕੋਈ ਗਵਰਨਮੈਂਟ ਅਫੀਸ਼ੀਅਲ ਨੇ ਜੇ ਕਿਸੇ ਨੇ ਅਫੀਸ਼ੀਅਲ ਗੱਲ ਕਰਨੀ ਹੈ ਕਿਸੇ ਨਾਲ ਤੇ ਉਹਨੂੰ ਆਪਣੇ ਆਫਿਸ ਬੁਲਾਉਣਾ ਚਾਹੀਦਾ ਸੀ। ਜੇ ਉਹ ਪ੍ਰਾਈਵੇਟ ਹੋਟਲ 'ਚ ਜਾ ਕੇ ਮੀਟਿੰਗ ਫਿਕਸ ਕਰ ਰਹੇ ਆ ਤੇ ਕੋਰਟ ਪ੍ਰਜ਼ਿਊਮ ਕਰਕੇ ਚੱਲਦੀ ਹੈ ਕਰਪਸ਼ਨ ਐਕਟ ਦੇ ਵਿੱਚ ਕਿ ਇਹ ਮੀਟਿੰਗ ਜਿਹੜੀ ਹੈ ਇਹ ਇਲੀਗਲ ਗ੍ਰੈਟੀਫਿਕੇਸ਼ਨ ਲੈਣ ਵਾਸਤੇ ਹੀ ਫਿਕਸ ਕੀਤੀ ਗਈ, ਅਦਰਵਾਈਜ਼ ਪ੍ਰਾਈਵੇਟ ਹੋਟਲ 'ਚ ਜਾਣ ਦਾ ਕੋਈ ਰੀਜ਼ਨ ਨਹੀਂ ਸੀ ਉਹਨਾਂ ਕੋਲ। ਇੱਕ ਮਿਸਟਰ ਗੁਰਦੀਪ ਸਿੰਘ ਨੂੰ ਇਹ ਵੀ ਕਹਿੰਦੇ ਦਿਖਾਈ ਦਿੱਤੇ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਹੋਰ ਵੀ ਕੋਈ ਹੈਗਾ ਜਿਹੜਾ ਕਰੋੜਾਂ ਦੀ ਰਿਸ਼ਵਤ ਦਿੰਦਾ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਭ ਤੋਂ ਹੇਠਾਂ ਹੋ, ਯਾਨੀ ਕਿ ਸਭ ਤੋਂ ਘੱਟ ਰਿਸ਼ਵਤ ਤੁਹਾਡੇ ਤੋਂ ਲਈ ਜਾ ਰਹੀ ਹੈ। ਹੋਰਾਂ ਤੋਂ ਹੋਰ ਡਿਮਾਂਡਸ ਕੁਝ ਅਜਿਹਾ ਸਾਹਮਣੇ ਆਇਆ? ਦੇਖੋ ਐਵੀਡੈਂਸ 'ਚ ਇੱਦਾਂ ਦਾ ਕੁਝ ਨਹੀਂ ਆਇਆ। ਉਹ ਓਬਵੀਅਸਲੀ ਰਿਕਾਰਡਿੰਗ ਸੀ, ਉਹ ਰਿਕਾਰਡਿੰਗ ਜਿਹੜੀ ਹੈ ਉਹ ਸਿਰਫ ਆਈਓ ਦੀ ਸੈਟੀਸਫੈਕਸ਼ਨ ਵਾਸਤੇ ਸੀ ਇਨਵੈਸਟੀਗੇਸ਼ਨ ਤੱਕ ਕਿ ਜਿਹੜੀ ਕੰਪਲੇਂਟ ਹੈ ਮਿਸਟਰ ਗੁਰਦੀਪ ਸਿੰਘ ਦੀ ਇਹ ਜੈਨੂਇਨ ਹੈ, ਇਹ ਜੈਨੂਇਨ ਹੈ। ਉਹ ਜੈਨੂਇਨ ਮੰਨਣ ਤੋਂ ਬਾਅਦ ਹੀ ਜਿਹੜਾ ਇਨਵੈਸਟੀਗੇਟਿੰਗ ਅਫਸਰ ਹੈ ਉਹਨੇ FIR ਰਜਿਸਟਰ ਕੀਤੀ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਹੋਂਦ 'ਚ ਲੈ ਕੇ ਆਏ। ਭ੍ਰਿਸ਼ਟਾਚਾਰਕ ਬਹੁਤ ਸਾਰੇ ਲੋਕ ਨੇ ਜਿਹੜੇ ਭ੍ਰਿਸ਼ਟਾਚਾਰ ਨੂੰ ਫੋਲੋ ਕਰਦੇ, ਉਹਨਾਂ ਨੂੰ ਲੱਗਦਾ ਕਿ ਇੱਦਾਂ ਗੱਡੀ ਚੱਲ ਜਾਏਗੀ ਬਹੁਤ ਦੂਰ ਤੱਕ, ਪਰ ਅਮਰਜੀਤ ਸਿੰਘ ਧਾਲੀਵਾਲ ਨੂੰ ਇਸ ਤਰ੍ਹਾਂ ਸਜ਼ਾ ਹੋਣੀ ਇੱਕ ਬਹੁਤ ਵੱਡਾ ਸਮਾਜ ਦੇ ਵਿੱਚ ਇੱਕ ਚੰਗਾ ਇੱਕ ਪੋਜ਼ਿਟਿਵ ਮੈਸੇਜ ਜ਼ਰੂਰ ਗਿਆ। ਬਿਲਕੁਲ ਹਾਂ, ਇਹ ਜਜਮੈਂਟ ਪਾਸ ਕਰਕੇ ਸਰਟਨਲੀ ਸੋਸਾਇਟੀ 'ਚ ਇੱਕ ਸ਼ੌਕ ਵੇਵ ਗਈ ਹੋਣੀ ਹੈ। ਲੋਕਾਂ ਨੂੰ ਪਤਾ ਲੱਗਿਆ ਕਿ ਕਰਪਸ਼ਨ ਕਰਕੇ ਤੇ ਤੁਸੀਂ ਸਕਾਟ ਫਰੀ ਨਹੀਂ ਨਿਕਲ ਸਕਦੇ, ਕੋਰਟਸ ਆਰ ਦੇਅਰ ਟੂ ਵਾਚ। ਤੇ ਮੇਰੇ ਖਿਆਲ 'ਚ ਬੜਾ ਅੱਛਾ ਐਗਜ਼ਾਮਪਲ ਸੈੱਟ ਕੀਤਾ ਕੋਰਟ ਨੇ ਜਜਮੈਂਟ ਪਾਸ ਕਰਕੇ। ਹੋਰ ਵੀ ਜਿਹੜੇ ਇਹਨਾਂ ਨੇ ਡਿਫੈਂਸਿਸ ਲਏ ਸੀਗੇ ਕਿ ਅਸੀਂ ਇਹਨਾਂ ਦੇ ਕੋਈ ਫੇਵਰ ਨਹੀਂ ਕਰ ਸਕਦੇ ਸੀ, ਸਾਡੇ ਕੋਲ ਕੋਈ ਰੀਜ਼ਨ ਨਹੀਂ ਸੀ ਡਿਮਾਂਡ ਕਰਨ ਦਾ ਬ੍ਰਾਈਬ, ਉਹ ਸਾਰੀਆਂ ਡਿਫੈਂਸਿਸ ਜਿਹੜੀਆਂ ਕੋਰਟ ਨੇ ਰਿਵਰਟ ਕਰਤੀਆਂ। ਜਦਕਿ ਅਸੀਂ ਸਾਬਿਤ ਕੀਤਾ ਔਨ ਰਿਕਾਰਡ ਕਿ ਫਾਸਟਵੇ ਕੰਪਨੀ ਦੀ ਜਿਹੜੀਆਂ 14 ਕੰਪਨੀਆਂ ਨੇ ਉਹਨਾਂ ਦਾ ਆਡਿਟ ਜਿਹੜਾ ਹੈ ਇਹੀ ਅਕਿਊਜ਼ ਹੈਂਡਲ ਕਰ ਰਿਹਾ ਸੀ। ਠੀਕ ਹੈ, ਆਖਿਰਕਾਰ ਫਾਸਟਵੇ ਤੇ ਲੱਗੇ ਸਾਰੇ ਦਾਗ ਮਿਟ ਗਏ ਨੇ 8 ਸਾਲਾਂ ਬਾਅਦ। ਨਹੀਂ ਬਿਲਕੁਲ, ਜੇ ਜਜਮੈਂਟ 'ਚ ਤਾਂ ਜੋ ਰੇਸ਼ੋ ਕੋਰਟ ਨੇ ਸੈੱਟ ਕੀਤੀ ਹੈ ਉਹੀ ਹੈ ਕਿ ਫਾਸਟਵੇ ਦਾ ਜਿਹੜਾ ਕੇਸ ਸੀ ਇਹ ਬੜਾ ਜੈਨੂਇਨ ਸੀ। ਅਕਿਊਜ਼ ਕੋਲ ਕਾਰਨ ਸੀ ਬ੍ਰਾਈਬ ਮੰਗਣ ਦਾ, ਅਕਿਊਜ਼ ਨੇ ਡਿਮਾਂਡ ਕੀਤੀ, ਵਲੰਟੈਰੀਲੀ ਐਕਸੈਪਟ ਕੀਤੀ ਪ੍ਰਾਈਵੇਟ ਹੋਟਲ 'ਚ ਜਾ ਕੇ, ਤੇ ਉਸ ਤੋਂ ਰਿਕਵਰੀ ਵੀ ਹੋਈ। ਉਹ ਰਿਕਵਰੀ ਵੀ ਜਿਹੜੀ ਹੈ ਉਹ PCS ਅਫੀਸ਼ੀਅਲਸ ਨੇ ਵਿਟਨੈਸ ਕੀਤੀ ਹੈ ਤੇ ਜੋ ਇੰਗਰੀਡੀਐਂਟਸ ਸੀ ਆਫੈਂਸ ਦੇ ਉਹ ਸਾਰੇ ਫੁੱਲਫਿਲ ਹੋਏ ਨੇ, ਤਾਂ ਹੀ ਅਦਾਲਤ ਨੇ ਇੰਨੀ ਸੀਵੀਅਰ ਪਨਿਸ਼ਮੈਂਟ ਕੀਤੀ ਹੈ। 5 ਸਾਲ ਇਹਨਾਂ ਨੂੰ ਸੈਕਸ਼ਨ 7 'ਚ ਤੇ 5 ਸਾਲ ਇਹਨਾਂ ਨੂੰ ਸੈਕਸ਼ਨ 13 'ਚ 2 ਕਨਵਿਕਸ਼ਨਸ ਕੀਤੀਆਂ ਨੇ। ਠੀਕ ਹੈ, ਔਰ ਫਾਈਨ ਵੀ ਹੋਇਆ ਦੋਨਾਂ ਸੈਕਸ਼ਨਸ ਦੇ ਵਿੱਚ 10,000 ਰੁਪਏ ਫਾਈਨ ਹੈ। ਠੀਕ ਹੈ, ਤੇ ਇਨ ਡਿਫਾਲਟ ਆਫ ਫਾਈਨ ਜਿਹੜੀ ਪਨਿਸ਼ਮੈਂਟ 1 ਮਹੀਨਾ ਹੋਰ ਐਨਾਂਸ ਹੋ ਜਾਏਗੀ। ਔਰ ਜੋ ਮੈਂ ਹੁਣ ਜਜਮੈਂਟ ਦੇਖ ਰਿਹਾ ਸੀ ਇਹਨਾਂ ਨੇ ਫਾਈਨ ਅਜੇ ਡਿਪੋਜ਼ਿਟ ਨਹੀਂ ਕੀਤਾ ਕੋਰਟ 'ਚ। ਠੀਕ ਹੈ, ਆਖਿਰਕਾਰ ਜਿੱਤ ਜਿਹੜੀ ਹੈ ਸੱਚ ਦੀ ਹੋਈ ਹੈ। ਸਮਾਂ ਜ਼ਰੂਰ ਲੱਗਿਆ ਸੀ, ਇਹ ਵੀ ਕਵਾਂਗੇ, ਸਬਰ ਵੀ ਬਹੁਤ ਕੀਤਾ ਫਾਸਟਵੇ ਨੇ, ਕਿਉਂਕਿ ਜਿਹੜੀ ਲੋਕਾਂ ਦੇ ਵਿੱਚ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਇੱਕ ਸਬਰ ਦਾ ਘੁੱਟ ਜ਼ਰੂਰ ਪੀਤਾ ਹੋਇਆ ਸੀ। ਸਮਾਂ ਜ਼ਰੂਰ ਲੱਗਿਆ ਪਰ ਜਿੱਤ ਸੱਚ ਦੀ ਹੋ ਗਈ। ਦੇਖੋ ਇਹ ਜ਼ਿਆਦਾਤਰ ਹਰੇਕ ਅਕਿਊਜ਼ ਕੋਲ ਪਹਿਲੀ ਡਿਫੈਂਸ ਇਹ ਹੁੰਦੀ ਹੈ ਕਿ ਜਿੰਨਾ ਚਾਹੁੰਦੇ ਉਹਨਾਂ ਡਰੈਗ ਕਰੋ ਕੇਸ ਨੂੰ। ਉਹ ਡਰੈਗ ਕਰਨ ਨਾਲ ਕੀ ਹੁੰਦਾ ਕਿ ਵਿਟਨੈਸਿਸ ਜਿਹੜੇ ਉਹਨਾਂ ਦੀ ਮੈਮਰੀ ਫੇਡ ਹੁੰਦੀ ਹੈ, ਕੁਝ ਡਿਸਕ੍ਰਿਪੈਂਸੀਜ਼ ਆਉਂਦੀਆਂ ਉਹਨਾਂ ਦੀ ਐਵੀਡੈਂਸ ਦੇ ਵਿੱਚ, ਉਹਦਾ ਬੈਨੀਫਿਟ ਕਈ ਵਾਰ ਅਕਿਊਜ਼ ਲੈਣਾ ਚਾਹੁੰਦਾ। ਬਟ ਕੋਰਟ ਨੇ ਕਲੀਅਰਲੀ ਕਹਿ ਦਿੱਤਾ ਕਿ ਵਿਦ ਟਾਈਮ ਜਿਹੜੀ ਮੈਮਰੀਜ਼ ਫੇਡ ਹੁੰਦੀਆਂ ਨੇ, ਥੋੜੀ ਬਹੁਤ ਡਿਸਕ੍ਰਿਪੈਂਸੀਜ਼ ਜਿਹੜੀਆਂ ਨੇ ਉਹ ਆ ਜਾਂਦੀਆਂ, ਸਗੋਂ ਇਸ ਤਰ੍ਹਾਂ ਦੇ ਵਿਟਨੈਸਿਸ ਨੂੰ ਜ਼ਿਆਦਾ ਰਿਲਾਇਬਲ ਮੰਨਿਆ ਜਾਏਗਾ। ਠੀਕ ਹੈ, ਜੇ ਪੈਰਟ ਲਾਈਕ ਤੋਤੇ ਵਾਂਗੂ ਸਾਰੇ ਬਿਲਕੁਲ ਵਰਡ ਟੂ ਵਰਡ ਸੇਮ ਟੈਸਟੀਮਨੀ ਦਿੰਦੇ ਤੇ ਸ਼ਾਇਦ ਉਹ ਡਾਊਟਫੁਲ ਹੁੰਦਾ ਕਿ ਇੰਨੇ ਸਾਲਾਂ ਬਾਅਦ। ਬਾਕੀ ਕਰੋਨਾ ਪੀਰੀਅਡ ਸਭ ਨੂੰ ਪਤਾ ਵੀ 2-2.5 ਸਾਲ ਤੇ ਕਰੋਨਾ ਪੀਰੀਅਡ ਕਰਕੇ ਕੇਸਿਸ ਡਰੈਗ ਹੋਏ, ਤੇ ਇੰਗਲਿਸ਼ 'ਚ ਕਹਿੰਦੇ ਆ ਆਲ ਇਜ਼ ਵੈਲ ਦੈਟ ਐਂਡਸ ਵੈਲ। ਤਾਂ ਅੰਤ ਚੰਗਾ ਰਿਹਾ। 8 ਸਾਲ ਲਗਾਤਾਰ ਇਹ ਮਾਮਲਾ ਚੱਲਿਆ ਔਰ 8 ਸਾਲ ਫਾਸਟਵੇ ਤੇ ਲੱਗੇ ਦਾਗ ਜਿਹੜੇ ਨੇ ਉਹ ਮਿਟਾਉਣ ਦਾ ਸਮਾਂ ਲੱਗਿਆ। 8 ਸਾਲ ਦਾ ਸਮਾਂ ਲੱਗਿਆ, ਪਰ ਆਖਿਰਕਾਰ ਅਮਰਜੀਤ ਸਿੰਘ ਧਾਲੀਵਾਲ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। 20,000 ਦਾ ਜੁਰਮਾਨਾ ਜਿਸ ਤਰ੍ਹਾਂ ਵਕੀਲ ਸਾਹਿਬ ਦੱਸ ਰਹੇ ਨੇ, ਔਰ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ ਜਿਸ ਵਿੱਚ ਅਮਰਜੀਤ ਸਿੰਘ ਧਾਲੀਵਾਲ ਇਹ ਸਾਫ਼ ਕਹਿੰਦੇ ਹੋਏ ਦਿਖਾਈ ਵੀ ਦੇ ਰਹੇ ਨੇ, ਸੁਣਾਈ ਵੀ ਦੇ ਰਹੇ ਨੇ ਕਿ ਉਹ ਕਰੋੜਾਂ ਦੀ ਰਿਸ਼ਵਤ ਲੈਣਾ ਉਹਨਾਂ ਦੇ ਲਈ ਇੱਕ ਆਮ ਗੱਲ ਹੈ। ਔਰ ਜਦੋਂ ਵੀ ਅਜਿਹਾ ਲੈਣ ਦੇਣ ਕਰਨਾ ਹੁੰਦਾ ਉਹ ਆਪਣੇ ਦਫ਼ਤਰ 'ਚ ਨਹੀਂ ਮਿਲਦੇ, ਉਹ ਬਾਹਰ ਮਿਲਦੇ ਨੇ, ਜਿੱਥੇ ਵੀ ਬੁਲਾਉਂਦੇ ਨੇ ਲੋਕ ਉੱਥੇ ਪਹੁੰਚ ਜਾਂਦੇ ਨੇ। ਇੰਨਾ ਹੀ ਨਹੀਂ,
ਜਦੋਂ ਇੱਕ ਪਾਸੇ ਅਮਰਜੀਤ ਸਿੰਘ ਧਾਲੀਵਾਲ ਮੀਡੀਆ ਦੇ ਅੱਗੇ ਬੜੇ ਹੀ ਸਾਊ ਤੇ ਬੜੇ ਹੀ ਸੱਚੇ ਇਨਸਾਨ ਬਣਦੇ ਦਿਖਾਈ ਦੇ ਰਹੇ ਨੇ, ਜਿਸ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਦਾਲ ਫੁਲਕਾ ਖਾਣ ਵਾਲਾ ਬੰਦਾ, ਔਰ ਉਹਨਾਂ ਦਾ ਇਹ ਸਟਿੰਗ ਆਪਰੇਸ਼ਨ ਦੱਸ ਰਿਹਾ ਹੈ ਕਿ ਕਰੋੜਾਂ ਦੀ ਰਿਸ਼ਵਤ ਮੰਗਣਾ ਉਹਨਾਂ ਦੇ ਲਈ ਆਮ ਗੱਲ ਹੈ। ਪਰ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਆਖਿਰਕਾਰ ਜਿੱਤ ਜਿਹੜੀ ਹੈ ਉਹ ਸੱਚ ਦੀ ਹੋਈ ਹੈ ਔਰ ਸੱਚ ਜਿੱਤਿਆ ਹੈ, ਫਾਸਟਵੇ ਜਿੱਤਿਆ ਹੈ ਔਰ 8 ਸਾਲਾਂ ਦੇ ਬਾਅਦ ਜਿਹੜਾ ਫੈਸਲਾ ਉਹ ਫਾਸਟਵੇ ਦੇ ਹੱਕ ਦੇ ਵਿੱਚ ਆਇਆ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਥੈਂਕ ਯੂ।